प्यारे बच्चों, अज की इस वीडियो राही असी जो थोड़ा 24 जुलाई 2020 का जो कम आया है, अज जो सानू पाठ नंबर 22 की असाइनमेंट आई है असी वो करांगे। जिमें कि असी कल भी पाठ नंबर 22 की जो असाइनमेंट आई सी उही कीती सी ते अज सानू जो अगे क्वेश्चन आए हैं असी वो करांगे। पहला है, भारत विच गठबंधन वाली सरकार कदों बनाई गई? 1977 ਦੇ ਵਿੱਚ 1977 ਦੇ ਵਿੱਚ ਪਹਿਲੀ ਵਾਰੀ ਗਠਬੰਧਨਮਈ ਸਰਕਾਰ ਬਣੀ ਸੀ। ਗਠਬੰਧਨ ਭਾਵ ਬੰਧਨ, ਜਦੋਂ ਕਿਸੇ ਵੀ ਰਾਜਨੀਤਿਕ ਦਲ ਨੂੰ ਕਿਸੇ ਵੀ ਇੱਕ ਦਲ ਨੂੰ ਬਹੁਮਤ ਪ੍ਰਾਪਤ ਨਹੀਂ ਹੁੰਦਾ ਤਾਂ ਫਿਰ ਕਈ ਰਾਜਨੀਤਿਕ ਦਲ 2-3 ਜਾਂ ਹੋਰ ਕਈ ਰਾਜਨੀਤਿਕ ਦਲ ਆਪਸ ਦੇ ਵਿੱਚ ਮਿਲ ਕੇ ਸਾਂਝੀ ਸਰਕਾਰ ਬਣਾਉਂਦੇ ਹਨ, ਜਿਸ ਨੂੰ ਗਠਬੰਧਨ ਸਰਕਾਰ ਕਿਹਾ ਜਾਂਦਾ ਹੈ। ਇਹ ਪਹਿਲੀ ਵਾਰੀ ਭਾਰਤ ਦੇ ਵਿੱਚ 1977 ਦੇ ਵਿੱਚ 1977 ਦੇ ਵਿੱਚ ਬਣੀ ਸੀ। ਮੁਰਾਰਜੀ ਦੇਸਾਈ ਜੋ ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਬਣੇ ਸਨ, ਕਿਉਂਕਿ ਸਾਡਾ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਅਤੇ ਉਦੋਂ ਤੋਂ ਹੀ ਸਾਡੇ ਭਾਰਤ ਦੇ ਵਿੱਚ ਜੋ ਸਰਕਾਰ ਬਣਦੀ ਆ ਰਹੀ ਸੀ, ਲਗਾਤਾਰ ਲੋਕ ਸਭਾ 'ਚ ਜੋ ਬਹੁਮਤ ਪ੍ਰਾਪਤ ਹੁੰਦਾ ਆ ਰਿਹਾ ਸੀ, ਉਹ ਲਗਾਤਾਰ ਕਾਂਗਰਸ ਸਰਕਾਰ ਨੂੰ ਬਹੁਮਤ ਪ੍ਰਾਪਤ ਹੁੰਦਾ ਆ ਰਿਹਾ ਸੀ। ਤਾਂ 15 ਅਗਸਤ 1947 ਤੋਂ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ, ਉਦੋਂ ਤੋਂ 1977 ਤੱਕ 1977 ਤੱਕ ਕਾਂਗਰਸ ਦੀ ਸਰਕਾਰ ਲਗਾਤਾਰ ਬਣਦੀ ਆ ਰਹੀ ਸੀ। ਸਭ ਤੋਂ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਬਣੇ ਸਨ, ਅਤੇ ਜੋ ਕਿ ਸਭ ਤੋਂ ਜਿਨ੍ਹਾਂ ਦਾ ਲੰਬਾ ਕਾਰਜਕਾਲ ਰਿਹਾ ਸੀ। ਫਿਰ ਉਸ ਤੋਂ ਬਾਅਦ ਸਾਰੇ ਜੋ ਪ੍ਰਧਾਨ ਮੰਤਰੀ ਬਣੇ ਉਹ ਕਾਂਗਰਸੀ ਪ੍ਰਧਾਨ ਮੰਤਰੀ ਬਣੇ ਸਨ, ਕਾਂਗਰਸ ਪਾਰਟੀ ਵੱਲੋਂ। ਸਭ ਤੋਂ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਜੋ ਕਿ 1964 ਤੱਕ ਰਹੇ ਸਨ। ਫਿਰ ਉਹਨਾਂ ਦੀ ਮੌਤ ਹੋ ਗਈ ਸੀ। ਫਿਰ ਲਾਲ ਬਹਾਦਰ ਸ਼ਾਸਤਰੀ, ਫਿਰ ਇੰਦਰਾ ਗਾਂਧੀ ਜਦੋਂ ਭਾਰਤ ਵਿੱਚ 1977 ਦੇ ਵਿੱਚ ਜਦੋਂ ਵੋਟਾਂ ਪਈਆਂ ਤਾਂ ਕਾਂਗਰਸ ਪਾਰਟੀ ਨੂੰ ਬਹੁਮਤ ਪ੍ਰਾਪਤ ਨਾ ਹੋਇਆ, ਤਾਂ ਪਹਿਲੀ ਵਾਰੀ ਭਾਰਤ ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਗਠਬੰਧਨਮਈ ਸਰਕਾਰ ਬਣੀ ਸੀ, ਅਤੇ ਜਿਸ ਦੇ ਸਭ ਤੋਂ ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਬਣੇ ਸਨ। ਤਾਂ ਇਸ ਲਈ ਭਾਰਤ ਵਿੱਚ ਗਠਬੰਧਨ ਵਾਲੀ ਸਰਕਾਰ 1977 ਦੇ ਵਿੱਚ ਬਣੀ ਸੀ। ਭਾਰਤ ਵਿੱਚ ਰਾਜਨੀਤਿਕ ਦਲ ਕਿੰਨੇ ਪੱਧਰੀ ਹੁੰਦੇ ਹਨ? ਭਾਰਤ ਵਿੱਚ ਰਾਜਨੀਤਿਕ ਦਲ 2 ਤਰ੍ਹਾਂ ਦੇ ਹਨ, ਕਿਉਂਕਿ ਭਾਰਤ ਨੂੰ ਇੱਕ ਸੰਘੀ ਦੇਸ਼ ਕਿਹਾ ਜਾਂਦਾ, ਕਿਉਂਕਿ ਇਸ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਹੋਈ ਹੈ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿਚਕਾਰ। ਭਾਰਤ ਦੇ ਵਿੱਚ 28 ਰਾਜ ਨੇ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਨੇ। ਤਾਂ ਜੋ ਭਾਰਤ ਵਿੱਚ ਰਾਜਨੀਤਿਕ ਦਲ ਨੇ ਉਹ 2 ਪ੍ਰਕਾਰ ਦੇ ਹੁੰਦੇ ਹਨ, ਇੱਕ ਰਾਸ਼ਟਰੀ ਨੈਸ਼ਨਲ ਪਾਰਟੀਜ਼, ਇੱਕ ਖੇਤਰੀ ਸਟੇਟ ਪਾਰਟੀਜ਼। ਅਤੇ ਜਿਹੜੀਆਂ ਪਾਰਟੀਆਂ 4 ਜਾਂ 4 ਤੋਂ ਵੱਧ ਰਾਜਾਂ ਦੇ ਵਿੱਚ ਹੁੰਦੀਆਂ ਨੇ, ਉਹਨਾਂ ਨੂੰ ਚੋਣ ਕਮਿਸ਼ਨ ਰਾਸ਼ਟਰੀ ਪਾਰਟੀ ਦਾ ਦਰਜਾ ਦੇ ਦਿੰਦਾ ਹੈ। ਵਰਤਮਾਨ ਸਮੇਂ ਭਾਰਤ ਵਿੱਚ 8 ਰਾਸ਼ਟਰੀ ਦਲ ਹਨ। ਤਾਂ ਜਿਹੜੇ ਦਲ ਸਿਰਫ ਇੱਕ ਜਾਂ 2 ਰਾਜਾਂ ਤੱਕ ਹੀ ਸੀਮਿਤ ਹੁੰਦੇ ਹਨ, ਉਹਨਾਂ ਨੂੰ ਰਾਜ ਦਲ ਦਾ ਜਾਂ ਖੇਤਰੀ ਦਲ ਦਾ ਦਰਜਾ ਦਿੱਤਾ ਜਾਂਦਾ। ਜਿਵੇਂ ਸਾਡੇ ਸ਼੍ਰੋਮਣੀ ਅਕਾਲੀ ਦਲ, ਉਹ ਇੱਕ ਸਟੇਟ ਪਾਰਟੀ ਹੈ। ਅਤੇ ਵਰਤਮਾਨ ਸਮੇਂ ਸਾਡੇ ਭਾਰਤ ਦੇ ਵਿੱਚ 8 ਰਾਸ਼ਟਰੀ ਦਲ ਨੇ, ਜਿਵੇਂ ਭਾਰਤੀ ਜਨਤਾ ਪਾਰਟੀ, ਕਾਂਗਰਸ, ਬਹੁਜਨ ਸਮਾਜ ਪਾਰਟੀ ਅਤੇ ਕਮਿਊਨਿਸਟ ਪਾਰਟੀ। ਇਸ ਤਰ੍ਹਾਂ ਇਹ 8 ਰਾਜਨੀਤਿਕ ਦਲ ਨੇ, ਅਤੇ ਬਾਕੀ ਜਿਹੜੇ 1 ਜਾਂ 2 ਰਾਜਾਂ ਤੱਕ ਹੀ ਸੀਮਿਤ ਰਹਿੰਦੇ ਹਨ, ਉਹ ਦਲ ਸਟੇਟ ਪਾਰਟੀ ਹੁੰਦੇ ਹਨ। ਜਿਵੇਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ। ਤਾਂ ਭਾਰਤ ਵਿੱਚ ਰਾਜਨੀਤਿਕ ਦਲ 2 ਪੱਧਰੀ ਹੁੰਦੇ ਹਨ। ਭਾਰਤ ਦਾ ਸਭ ਤੋਂ ਪੁਰਾਣਾ ਰਾਸ਼ਟਰੀ ਦਲ ਕਿਹੜਾ ਹੈ? ਉਹ ਹੈ ਇੰਡੀਅਨ ਨੈਸ਼ਨਲ ਕਾਂਗਰਸ, ਕਿਉਂਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਜਦੋਂ ਭਾਰਤ ਗੁਲਾਮ ਸੀ, ਆਜ਼ਾਦੀ ਦੀ ਜੰਗ ਸਮੇਂ 1885 ਦੇ ਵਿੱਚ
ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਇੱਕ ਅੰਗਰੇਜ਼ ਅਧਿਕਾਰੀ A.O. ਹਿਊਮ ਨੇ ਕੀਤੀ ਸੀ। ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਇੱਕ ਅੰਗਰੇਜ਼ ਅਧਿਕਾਰੀ A.O. ਹਿਊਮ ਨੇ ਕੀਤੀ ਸੀ ਤਾਂ ਭਾਰਤ ਦਾ ਸਭ ਤੋਂ ਪੁਰਾਣਾ ਰਾਸ਼ਟਰੀ ਦਲ ਇੰਡੀਅਨ ਨੈਸ਼ਨਲ ਕਾਂਗਰਸ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ? 1885 ਵਿੱਚ ਹੋਈ। ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਿਹੜੇ ਸੰਨ ਵਿੱਚ ਹੋਈ? ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1920 ਵਿੱਚ ਹੋਈ। ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਸੀ ਤਾਂ ਜੋ ਇਸ ਦਾ ਮੁੱਖ ਉਦੇਸ਼ ਸੀ, ਉਸ ਸਮੇਂ ਜੋ ਗੁਰਦੁਆਰੇ ਸਨ, ਗੁਰੂ ਘਰ ਉਹ ਮਹੰਤਾਂ ਦੇ ਅਧੀਨ ਸਨ। ਜੋ ਮਹੰਤ ਸਨ ਉਹ ਸਰਕਾਰ ਦੇ ਪਿੱਠੂ ਸਨ, ਭਾਵ ਸਰਕਾਰ ਨੂੰ ਆਪਣੇ ਇਲਾਕੇ ਦੀ ਇਕੱਲੀ ਇਕੱਲੀ ਖਬਰ ਅੰਗਰੇਜ਼ੀ ਸਰਕਾਰ ਨੂੰ ਦੱਸਦੇ ਸਨ ਅਤੇ ਜੋ ਭਾਰਤੀਆਂ ਦੇ ਲਈ, ਖਾਸ ਕਰ ਸਿੱਖਾਂ ਦੇ ਲਈ, ਸਿੱਖ ਧਰਮ ਦੇ ਲਈ ਨੁਕਸਾਨਦਾਇਕ ਸੀ। ਮਹੰਤਾਂ ਨੇ ਜੋ ਗੁਰੂ ਘਰ ਦੀ ਜ਼ਮੀਨ ਸੀ ਉਹਨਾਂ ਉੱਤੇ ਕਬਜ਼ਾ ਕਰ ਰੱਖਿਆ ਸੀ। ਮਹੰਤ ਆਪਣੀ ਮਨ ਮਰਜ਼ੀ ਕਰਦੇ ਸਨ ਅਤੇ ਮਹੰਤ ਜੋ ਸਿੱਖ ਧਰਮ ਦੇ ਸਿਧਾਂਤ ਸਨ ਉਹਨਾਂ ਤੋਂ ਬਿਲਕੁਲ ਪਰਾਂ ਹੋ ਚੁੱਕੇ ਸਨ। ਭਾਵ ਮਹੰਤ ਗੁਰੂ ਘਰਾਂ ਨੂੰ ਉਹਨਾਂ ਨੇ ਇੱਕ ਆਪਣਾ ਅੱਡੇ ਬਣਾ ਰੱਖੇ ਸਨ। ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1920 ਵਿੱਚ ਹੋਈ ਸੀ ਅਤੇ ਜੋ ਇਸ ਦਾ ਮੁੱਖ ਉਦੇਸ਼ ਸੀ ਉਹ ਸੀਗਾ ਪਵਿੱਤਰ ਗੁਰੂ ਸਥਾਨ, ਭਾਵ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਾਉਣਾ ਅਤੇ ਗੁਰੂ ਘਰਾਂ ਦੀ ਪਵਿੱਤਰਤਾ ਬਣਾ ਕੇ ਰੱਖਣਾ। ਅਤੇ ਆਜ਼ਾਦੀ ਤੋਂ ਪਿੱਛੋਂ ਅਕਾਲੀ ਦਲ ਨੇ ਪੰਜਾਬ ਅਤੇ ਇਸ ਸਮੇਂ, ਭਾਵ ਆਜ਼ਾਦੀ ਤੋਂ ਪਿੱਛੋਂ ਅਕਾਲੀ ਦਲ ਨੇ BJP ਨਾਲ, ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਕਈ 1 ਜਾਂ 2 ਰਾਜਾਂ ਦੇ ਵਿੱਚ ਸਰਕਾਰ ਵੀ ਬਣਾਈ ਹੋਈ ਹੈ। ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1920 ਵਿੱਚ ਹੋਈ ਸੀ। ਹੇਠਾਂ ਅੱਜ ਵਾਲੇ ਕੰਮ ਦੇ ਜੋ ਆਨਸਰ ਹਨ ਉਹ ਦਿੱਤੇ ਹਨ, ਉਹ ਤੁਸੀਂ ਦੇਖ ਕੇ ਕਰ ਸਕਦੇ ਹੋ ਤਾਂ ਜੋ